ਕਿਸ਼ਤ 41ਵੀਂ। ਦਫ਼ਤਰ ਬੰਦ ਹੋਣ ਤੋਂ ਕੁਝ ਕੁ ਦੇਰ ਪਹਿਲਾਂ ਸਾਨੂੰ ਆਵਾਜ਼ ਵੱਜ ਗਈ। ਸਾਡੇ ਜਾਂਦਿਆਂ ਨੂੰ ਹੀ SP ਮੈਨੂੰ ਟੁੱਟ ਕੇ ਪੈ ਗਿਆ। ਤੂੰ 181 'ਤੇ ਸ਼ਿਕਾਇਤ ਕੀਤੀ ਆ ਨਾ? ਭਾਵੇਂ ਤੂੰ 1,81,000 'ਤੇ ਕਰ ਲੈ, ਆਖਰਕਾਰ ਇਨਕੁਆਰੀ ਤਾਂ ਮੈਂ ਹੀ ਕਰਨੀ ਆ। ਜਾ ਕਰ ਲੈ ਜੋ ਕੁਝ ਕਰਨਾ। ਮੈਂ ਸ਼ਰੇਆਮ ਛੱਡਦਾ ਉਹਨਾਂ ਨੂੰ ਜਿਨ੍ਹਾਂ ਨੂੰ ਤੂੰ ਅਪਰਾਧੀ ਦੱਸਦਾ। ਉਸ ਦੀ ਇਸ ਗੱਲ ਨਾਲ ਸਾਰੇ ਜਣੇ ਠਠੰਬਰ ਗਏ ਸਨ ਕਿ ਇਹ ਕੀ ਬਣ ਗਿਆ ਹੈ। ਦਰਸ਼ਨ ਸਿੰਘ ਤੂਰ ਉਸ ਦੀ ਗੱਲ ਸੁਣ ਕੇ ਉਸ ਨੂੰ ਪੈ ਗਏ। ਸਾਡੇ ਸਭ ਦੇ ਬਿਆਨ ਲਿਖੋ ਜੀ। ਜੇ ਸਾਡੇ 'ਚ ਹਿੰਮਤ ਹੋਈ ਤਾਂ ਜਿਹੜਾ ਕੁਝ ਸੱਚ ਹੈ ਉਹ ਤੁਹਾਡੇ ਤੋਂ ਲਿਖਵਾ ਲਵਾਂਗੇ, ਨਹੀਂ ਤੁਸੀਂ ਲਿਖਵਾ ਲਵੋ। ਜਮਹੂਰੀ ਅਧਿਕਾਰ ਸਭਾ ਵਿੱਚ ਲੰਬੇ ਸਮੇਂ ਤੋਂ ਕੰਮ ਕਰਦੇ ਰਹੇ ਹੋਣ ਕਾਰਨ ਤੂਰ ਅੰਕਲ ਉਸ SP ਅਹੁਦੇ ਵਾਲੇ ਅਧਿਕਾਰੀ ਨਾਲ ਵੀ ਬਰਾਬਰ ਦੀ ਧਿਰ ਬਣ ਕੇ ਬੋਲੀ ਜਾ ਰਹੇ ਸਨ। ਜਾਓ ਉਹ ਮੁਨਸ਼ੀ ਨੂੰ ਬਿਆਨ ਦਰਜ ਕਰਵਾ ਦਿਓ ਜਿਹੜੇ ਕਰਵਾਉਣੇ ਆ, ਬਾਕੀ ਮੈਂ ਵੇਖਾਂਗਾ ਅਤੇ ਤੁਸੀਂ ਮੇਰੀ ਕਲਮ ਵੇਖਿਓ। SP ਨੇ ਸਭ ਨੂੰ ਵੰਗਾਰਦਿਆਂ ਹੋਇਆਂ ਆਖਿਆ ਸੀ। ਸਾਰੇ ਜਣੇ ਬਾਹਰ ਆ ਗਏ ਅਤੇ ਵਿੱਚ ਹੀ ਬੋਲ ਰਹੇ ਸਨ, ਬੜਾ ਹੰਕਾਰਿਆ ਫਿਰਦਾ, ਇਹਦੇ ਹੱਥ ਨਹੀਂ ਜੁੜੇ ਅਜੇ ਕਿਸੇ ਨਾਲ, ਵਰਦੀ ਦਾ ਰੋਹਬ ਝਾੜਦਾ। ਇਹ ਤਾਂ ਕੁਝ ਵੀ ਨਹੀਂ, ਅਸੀਂ ਤਾਂ ਵੱਡੇ ਵੱਡੇ ਹੰਕਾਰੇ ਹੋਏ ਵੀ ਝੁਕਾਏ ਹੋਏ ਨੇ। ਜਿਹੜੇ ਭੌਂਕਦੇ ਹੁੰਦੇ ਆ ਨਾ ਉਹ ਵੱਢਦੇ ਨਹੀਂ ਹੁੰਦੇ। ਅਜਿਹੀਆਂ ਕਈ ਆਵਾਜ਼ਾਂ ਮੇਰੇ ਕੰਨੀ ਪੈ ਰਹੀਆਂ ਸਨ, ਪਰ ਮੈਨੂੰ ਅਸਲੀਅਤ ਦਾ ਪਤਾ ਸੀ ਕਿ ਇਹ ਬੰਦਾ ਹੀ ਸਭ ਤੋਂ ਖਤਰਨਾਕ ਹੈ। ਇਸ ਦੀ ਘਰਵਾਲੀ ਜੱਜ ਲੱਗੀ ਹੋਣ ਕਰਕੇ ਅਤੇ ਆਪ ਵੀ ਵਕਾਲਤ ਕੀਤੀ ਹੋਣ ਕਾਰਨ ਇਹ ਛੇਤੀ ਕੀਤੇ ਕਿਸੇ ਦੀ ਮੰਨੇਗਾ ਨਹੀਂ ਅਤੇ ਆਪਣੀ ਹੀ ਅੜੀ ਪੁਗਾਵੇਗਾ। ਆਪਣੇ ਬਿਆਨ ਲਿਖਾਉਂਦਿਆਂ ਸਹਿਜ ਸੁਭਾਅ ਹੀ ਉਹ ਕਿਹੜੀ ਗਾਲ ਸੀ ਜੋ ਉਹਨਾਂ ਬੰਦਿਆਂ ਨੇ ਉਸ SP ਨੂੰ ਨਹੀਂ ਵਰਾਈ ਸੀ। ਮੈਨੂੰ ਸ਼ੱਕ ਹੀ ਨਹੀਂ ਸਗੋਂ ਪੱਕਾ ਯਕੀਨ ਵੀ ਸੀ ਅਤੇ ਅੱਜ ਵੀ ਹੈ ਕਿ ਇਸ ਸਭ ਦੀ CID ਉਸ SP ਕੋਲ ਤੁਰੰਤ ਹੀ ਪੁੱਜ ਗਈ ਸੀ। ਅਸੀਂ ਆਪਣੇ ਬਿਆਨ ਟਾਈਪ ਕਰਵਾ ਕੇ ਦੱਸੇ ਹੋਏ ਕਮਰੇ ਵਿੱਚ ਸਬੰਧਤ ਅਧਿਕਾਰੀ ਨੂੰ ਫੜਾ ਦਿੱਤੇ। ਉਸ ਤੋਂ ਬਾਅਦ ਸਾਰੇ ਜਣੇ ਆਪੋ ਆਪਣੇ ਘਰਾਂ ਨੂੰ ਹੋ ਤੁਰੇ ਸਨ। ਕਿਸ਼ਤ 42ਵੀਂ। SP ਦੇ ਦਫ਼ਤਰ ਤੋਂ ਵਾਪਸ ਮੁੜਦਿਆਂ ਉਹ ਸੋਹਣੀ ਜਿਹੀ ਪੱਗ ਵਾਲਾ ਪੁਲਿਸ ਕਰਮਚਾਰੀ ਜਿਸ ਨੇ ਮੈਨੂੰ ਪੁਲਿਸ ਵਿਭਾਗ ਦੀਆਂ ਕਈ ਗੁੱਝੀਆਂ ਗੱਲਾਂ ਦੱਸੀਆਂ ਸਨ ਫਿਰ ਮਿਲ ਪਿਆ ਅਤੇ ਮੈਨੂੰ ਪਹਿਚਾਣ ਕੇ ਬੋਲਿਆ, ਕਿਉਂ ਬਣ ਆਏ ਬੁੱਧੂ, ਝੋਟਿਆਂ ਦੇ ਘਰੋਂ ਲੱਸੀ ਭਾਲੀ ਜਾਂਦੇ ਹੋ? ਵੱਡੇ ਕਾਮਰੇਡ, ਤੁਹਾਡਾ ਕੁਝ ਨਹੀਂ ਬਣਨਾ, ਮੇਰੇ ਤੋਂ ਲਿਖਵਾ ਲੈ। ਸਾਡਾ ਮਹਿਕਮਾ ਨਾ ਕੁੱਤਿਆਂ ਦੇ ਵੀ ਕੁੱਤਿਆਂ ਦਾ ਹੈ। ਮੈਂ ਉਸ ਨੂੰ ਪਰਦੇ ਜੇ ਨਾ ਪੁੱਛਿਆ, ਵੀਰੇ ਦੱਸ ਹੁਣ ਅਸੀਂ ਕੀ ਕਰੀਏ, ਬੜੇ ਖੱਜਲ ਹੋਏ ਪਏ ਹਾਂ। ਉਸ ਨੇ ਗੰਭੀਰ ਹੁੰਦੇ ਹੋਏ ਆਖਿਆ, ਜਿੰਨਾ ਚਿਰ ਜਨਤਕ ਲਹਿਰ ਨਹੀਂ ਬਣਦੀ ਜਾਂ ਫਿਰ ਕੋਈ ਬਹੁਤੀ ਵੱਡੀ ਸਿਫਾਰਿਸ਼ ਨਹੀਂ ਪੈਂਦੀ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕਣੀ। ਮੈਂ ਉਸ ਦੀ ਜਾਣਕਾਰੀ ਵਧਾਉਣ ਹਿੱਤ ਆਖਿਆ, ਜਨਤਕ ਤਾਂ ਬਣ ਚੱਲਿਆ ਜੀ ਮਸਲਾ, ਵੇਖ ਲਓ 7-8 ਯੂਨੀਅਨਾਂ ਵਾਲੇ ਸਵੇਰ ਤੋਂ ਤੁਹਾਡੇ ਸਾਹਿਬ ਦੀ ਮੁਕਾਨ ਆਏ ਹੋਏ ਨੇ। ਅਸੀਂ ਤਾਂ ਠੋਕ ਕੇ ਬਿਆਨ ਵੀ ਲਿਖਵਾ ਦਿੱਤੇ ਨੇ। ਬਿਆਨ ਲਿਖਵਾ ਕੇ ਖੁਸ਼ ਹੁੰਦਾ ਹੋਵੇਗਾ ਕਿ ਮੈਂ ਫਸਾ ਲਿਆ ਪੁਲਸੀਆਂ ਨੂੰ। ਜਾ, ਨਹੀਂ ਮੰਨਦਾ ਇਨਕੁਆਰੀ ਅਫਸਰ ਤੇਰੇ ਬਿਆਨਾਂ ਨੂੰ, ਤੂੰ ਦੁੰਬ ਫੜ ਲਵੀਂ। ਉਹਨੇ ਫਾਈਲ ਬੰਦ ਕਰ ਦੇਣੀ ਆ ਅਤੇ ਜੇ ਦੁਬਾਰਾ ਸ਼ਿਕਾਇਤਾਂ ਕਰੇਗਾ ਤਾਂ 182 ਲਾ ਕੇ ਤੇਰੇ 'ਤੇ ਝੂਠੀਆਂ ਸ਼ਿਕਾਇਤਾਂ ਕਰਨ ਦਾ ਮੁਕੱਦਮਾ ਵੀ ਦਰਜ ਕਰਵਾ ਦੇਣਾ। ਤਿਆਰ ਹੋ ਜਾ, ਤੇਰੇ 'ਤੇ ਇਹ ਧਾਰਾ ਲੱਗਣ ਹੀ ਵਾਲੀ ਹੈ। ਉਸ ਨੇ ਮੈਨੂੰ ਸੁਚੇਤ ਕਰਦਿਆਂ ਗੰਭੀਰਤਾ ਨਾਲ ਦੱਸਿਆ ਅਤੇ ਮਿੰਨਾ ਜਿਹਾ ਮੁਸਕਰਾਉਂਦਾ ਹੋਇਆ ਦਫ਼ਤਰ ਦੀਆਂ ਪੌੜੀਆਂ ਚੜ੍ਹ ਗਿਆ। ਮੈਨੂੰ ਸੱਚਮੁੱਚ ਹੀ ਜਾਪਣ ਲੱਗ ਪਿਆ ਸੀ ਕਿ ਮੈਂ ਜੱਜ ਦੇ ਸਾਹਮਣੇ ਕਟਹਿਰੇ ਵਿੱਚ ਖੜ੍ਹਾ ਹਾਂ ਅਤੇ ਜੱਜ ਮੈਨੂੰ ਕਿਸੇ ਸੱਚੇ ਬੰਦੇ 'ਤੇ ਝੂਠਾ ਇਲਜ਼ਾਮ ਲਾਉਣ ਦੇ ਦੋਸ਼ ਵਿੱਚ ਜੇਲ੍ਹ ਭੇਜਣ ਦੇ ਨਾਲ ਜੁਰਮਾਨਾ ਵੀ ਸੁਣਾ ਰਿਹਾ ਹੈ। ਅੱਜ ਮੈਨੂੰ ਸੋਹਣੀ ਪੱਗ ਵਾਲੇ ਉਸ ਪੁਲਸੀਏ ਦੀਆਂ ਪੁਰਾਣੀਆਂ ਸਾਰੀਆਂ ਗੱਲਾਂ ਵੀ ਸਹੀ ਲੱਗਣ ਲੱਗ ਪਈਆਂ ਸਨ, ਪਰ ਹੁਣ ਕੀਤਾ ਵੀ ਕੀ ਜਾ ਸਕਦਾ ਸੀ। ਇੱਕ ਸਭ ਤੋਂ ਵੱਡੀ ਗੱਲ ਇਹ ਸੀ ਕਿ ਸਾਡੇ ਕੋਲ ਢਾਹ ਢਵਾਈ ਹੋਣ ਦੇ ਤਾਂ ਸਾਰੇ ਸਬੂਤ ਸਨ,
ਪਰ ਅਸੀਂ ਕਿਸੇ ਵੀ ਹਾਲਤ ਵਿੱਚ ਇਹ ਸਿੱਧ ਕਰਨ ਦੇ ਯੋਗ ਨਹੀਂ ਸਾਂ ਕਿ ਇਹ ਗੁੰਡੇ ਉਹਨਾਂ ਪੁਲਿਸ ਵਾਲਿਆਂ ਨੇ ਹੀ ਭੇਜੇ ਸਨ। ਇਸ ਦੇ ਉਲਟ ਜੇਕਰ ਸਾਡੇ ਕਿਸੇ ਬੰਦੇ ਨੇ ਮਾੜੀ ਜਿਹੀ ਗਲਤੀ ਵੀ ਕੀਤੀ ਹੁੰਦੀ ਤਾਂ ਪੁਲਿਸ ਵਾਲਿਆਂ ਨੇ ਸਾਡੀ ਨਾਨੀ ਦੀ ਕੜਾਨੀ ਨੂੰ ਵੀ ਇਸ ਮਸਲੇ ਵਿੱਚ ਘੜੀਸ ਲੈਣਾ ਸੀ ਤੇ ਉਹਨਾਂ ਕੋਲੋਂ ਧੱਕੇ ਨਾਲ ਹੀ ਜੁਰਮ ਵੀ ਕਬੂਲ ਕਰਵਾ ਲੈਣਾ ਸੀ। ਇਸ ਮਿਲਣੀ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਕ ਬੈਠਕ ਹੋਈ। ਪੱਤਰਕਾਰਾਂ ਨੂੰ ਸੱਦ ਕੇ ਪੁਲਿਸ ਦੀ ਧੱਕੇਸ਼ਾਹੀ, ਗੁੰਡਾ ਅਨਸਰਾਂ ਨੂੰ ਸ਼ਹਿ ਦੇਣ ਅਤੇ ਨਜਾਇਜ਼ ਕਬਜ਼ਾ ਧਾਰਕਾਂ ਦੀ ਮਦਦ ਕਰਨ ਬਾਰੇ ਜਾਣਕਾਰੀ ਵੀ ਦਿੱਤੀ ਗਈ। ਕਿਸ਼ਤ 43ਵੀਂ। ਅਗਲੇ ਦਿਨੀਂ ਪੰਜਾਬੀ ਅਤੇ ਹਿੰਦੀ ਦੇ ਪ੍ਰਸਿੱਧ ਅਖਬਾਰਾਂ ਨੇ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ। ਇਸ ਖਬਰ ਦੇ ਛਪਣ ਨਾਲ ਮੈਨੂੰ ਫਾਇਦਾ ਹੋਣਾ ਸੀ ਜਾਂ ਕੋਈ ਨੁਕਸਾਨ, ਇਹ ਸਵਾਲ ਤਾਂ ਭਵਿੱਖ ਦੀ ਕੁੱਖ ਵਿੱਚ ਸੀ। ਪਰ ਸਾਨੂੰ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਸਾਡੇ ਸਾਰੇ ਟੱਬਰ ਦੀ ਰਹਿੰਦੀ ਖੂੰਹਦੀ ਸ਼ਾਂਤੀ ਵੀ ਚਲੀ ਗਈ ਸੀ। ਜਿਸ ਕਿਸੇ ਨੂੰ ਵੀ ਇਸ ਘਟਨਾ ਦਾ ਪਤਾ ਨਹੀਂ ਸੀ, ਉਸ ਨੂੰ ਵੀ ਪਤਾ ਲੱਗ ਗਿਆ ਸੀ। ਹਰ ਕੋਈ ਆਪਣੇ ਵੱਲੋਂ ਤਾਂ ਹਮਦਰਦੀ ਜ਼ਾਹਰ ਕਰ ਰਿਹਾ ਸੀ ਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦੇ ਰਿਹਾ ਸੀ। ਖੈਰ, ਹਾਲ ਚਾਲ ਪੁੱਛਣਾ ਅਤੇ ਹੌਸਲਾ ਦੇਣਾ ਸਭ ਦਾ ਫਰਜ਼ ਹੁੰਦਾ ਹੈ ਤੇ ਲਗਭਗ ਮੇਰੇ ਸਾਰੇ ਦੋਸਤਾਂ ਮਿੱਤਰਾਂ ਨੇ ਇਹ ਫਰਜ਼ ਬਾਖੂਬੀ ਨਿਭਾਇਆ ਵੀ। ਪਰ ਉਸੇ ਕਹਾਣੀ ਨੂੰ ਵਾਰ-ਵਾਰ ਦੁਹਰਾ ਕੇ ਮੈਂ ਤਾਂ ਕੀ, ਸਾਰੇ ਘਰ ਦੇ ਵੀ ਅੱਕ ਚੁੱਕੇ ਸਨ। ਇਸ ਝਗੜੇ ਦਾ ਕੋਈ ਵੀ ਇੱਕ ਪਾਸਾ ਨਹੀਂ ਸੀ ਹੋ ਰਿਹਾ। ਵਿੱਚੋਂ ਹੀ ਕੋਈ ਸਲਾਹ ਦਿੰਦਾ ਕਿ ਜੇ ਤੁਹਾਡੇ ਕੋਲ ਰਜਿਸਟਰੀ ਹੈ ਤਾਂ ਆਪਣਾ ਥਾਂ ਵਲ ਕੇ ਪਾਸੇ ਕਰੋ। ਅਸੀਂ ਸੋਚਦੇ ਕਿ ਇਸ ਗੱਲ ਦਾ ਤਾਂ ਸਾਨੂੰ ਵੀ ਪਤਾ ਹੈ, ਪਰ ਹੁਣ ਅੜਿੱਕਾ ਪੁਲਿਸ ਵਾਲੇ ਬਣੇ ਖੜ੍ਹੇ ਹਨ। ਜੇ ਕੋਈ ਸਧਾਰਨ ਬੰਦਾ ਹੁੰਦਾ ਤਾਂ ਉਸ ਨੂੰ ਵੀ ਲੜਾਈ ਦਾ ਖਤਰਾ ਹੋਣਾ ਸੀ ਤੇ ਸਾਨੂੰ ਵੀ। ਪਰ ਹੁਣ ਸਥਿਤੀ ਬੜੀ ਹੀ ਗੰਭੀਰ ਹੋਈ ਪਈ ਸੀ, ਕਿਉਂਕਿ ਸਾਹਮਣੀ ਧਿਰ ਨੂੰ ਤਾਂ ਪੁਲਿਸ ਕੇਸ ਦਰਜ ਹੋਣ ਦਾ ਕੋਈ ਵੀ ਖਤਰਾ ਨਹੀਂ ਸੀ, ਸਗੋਂ ਪੁਲਿਸ ਵਿਭਾਗ ਤਾਂ ਇੱਕ ਹੌਲਦਾਰ ਤੇ ਇੱਕ ਡਰਾਈਵਰ ਦੀ ਰਖੇਲ ਬਣ ਚੁੱਕਿਆ ਸੀ। ਉਹਨਾਂ ਨੂੰ ਵੱਡੇ ਅਧਿਕਾਰੀਆਂ ਦੀ ਸ਼ਹਿ ਹੀ ਸੀ ਕਿ ਉਹ ਦੋਵੇਂ ਇਹ ਸਭ ਕੁਝ ਕਰੀ ਜਾ ਰਹੇ ਸਨ। ਨਹੀਂ ਤਾਂ ਜਦੋਂ ਉਹਨਾਂ ਨੂੰ ਸਾਰੀ ਸੱਚਾਈ ਦਾ ਪਤਾ ਲੱਗ ਗਿਆ ਸੀ ਤਾਂ ਉਹ ਸਾਨੂੰ ਕਿਸੇ ਦੇ ਹੱਥ ਸੁਨੇਹਾ ਵੀ ਭੇਜ ਸਕਦੇ ਸਨ ਕਿ ਸਾਨੂੰ ਜਿਹੜਾ ਭੁਲੇਖਾ ਸੀ ਉਹ ਹੁਣ ਦੂਰ ਹੋ ਗਿਆ ਹੈ। ਇਸ ਲਈ ਅਸੀਂ ਤੁਹਾਡੇ ਕੰਮ ਵਿੱਚ ਕੋਈ ਵੀ ਦਖਲ ਨਹੀਂ ਦੇਵਾਂਗੇ। ਇਹ ਦਿਨ ਪਤਾ ਨਹੀਂ ਕਿਹੋ ਜਿਹੇ ਸਨ ਕਿ ਸਭ ਦੀ ਸੁਰਤ ਇਸ ਕੇਸ ਵਿੱਚ ਹੀ ਲੱਗੀ ਰਹਿੰਦੀ ਸੀ। ਮੇਰੀ ਮਾਂ ਦੇ ਜਬਾੜੇ ਕਈ ਦਿਨਾਂ ਤੋਂ ਦਰਦ ਕਰ ਰਹੇ ਸਨ। ਉਹ ਵਿਚਾਰੀ ਮੇਰੀ ਭੱਜ ਦੌੜ ਹੁੰਦੀ ਵੇਖ ਕੇ ਆਪਣਾ ਦਰਦ ਛੁਪਾ ਲੈਂਦੀ ਸੀ ਤੇ ਕੋਈ ਨਾ ਕੋਈ ਦਰਦ ਨਿਵਾਰਕ ਗੋਲੀ ਖਾ ਕੇ ਤੜਫਦੀ ਹੋਈ ਸਾਰੀ ਰਾਤ ਕੱਢ ਲੈਂਦੀ ਸੀ। ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਮਾਂ ਦੀ ਹਾਲਤ ਬਾਰੇ ਦੱਸਿਆ ਤਾਂ ਮੈਨੂੰ ਬਹੁਤ ਜ਼ਿਆਦਾ ਫਿਕਰ ਹੋਇਆ। 2 ਦਿਨ ਸ਼ਹਿਰ ਦੇ ਚੰਗੇ ਡਾਕਟਰਾਂ ਨੂੰ ਵਿਖਾਇਆ ਤੇ ਫਰਕ ਨਾ ਪੈਂਦਾ ਵੇਖ ਕੇ ਮੈਂ ਉਸ ਨੂੰ ਫਰੀਦਕੋਟ ਦੰਦਾਂ ਦੇ ਵੱਡੇ ਹਸਪਤਾਲ ਲੈ ਗਿਆ। ਉਹਨਾਂ ਨੇ ਆਪਰੇਸ਼ਨ ਦੀ ਸਲਾਹ ਦਿੱਤੀ। ਅਸੀਂ ਅਗਲੇ ਹੀ ਦਿਨ ਹਸਪਤਾਲ ਵਿੱਚ ਜਾ ਕੇ ਦਾਖਲ ਹੋ ਗਏ। ਕਿਸ਼ਤ 44ਵੀਂ। ਫਰੀਦਕੋਟ ਨੂੰ ਜਾਂਦੇ ਹੋਏ ਉਹ ਸਾਰੇ ਦਫ਼ਤਰ ਰਾਹ ਵਿੱਚ ਆਉਂਦੇ ਸਨ ਜਿਨ੍ਹਾਂ ਵਿੱਚ ਮੈਂ ਰੋਜ਼ ਧੱਕੇ ਖਾਂਦਾ ਫਿਰਦਾ ਰਿਹਾ ਸਾਂ। ਜਦ ਵੀ ਅਸੀਂ ਉਸ ਵੱਡੀ ਇਮਾਰਤ ਕੋਲੋਂ ਲੰਘਦੇ ਤਾਂ ਮੈਂ ਆਪਣੀ ਮਾਂ ਨੂੰ ਇਹਨਾਂ ਦਫ਼ਤਰਾਂ ਵਿੱਚ ਬੈਠੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਸੁਭਾਅ ਅਤੇ ਕੰਮ-ਕਾਜ ਬਾਰੇ ਦੱਸਣ ਲੱਗ ਪੈਂਦਾ। ਮਾਂ ਨੇ ਸਹਿਜ ਸੁਭਾਅ ਹੀ ਆਖਿਆ, ਪੁੱਤ, ਆਪਣੇ 'ਤੇ ਭੀੜ ਬਣੀ ਆ ਤਾਂ ਤੇਰੇ ਨਾਲ ਕਿੰਨੇ ਬੰਦੇ ਆ ਕੇ ਖੜ੍ਹ ਗਏ ਨੇ ਤੇ ਆਪਣੀ ਮਦਦ ਵੀ ਕਰੀ ਜਾਂਦੇ ਨੇ। ਇੱਥੇ ਕਿੰਨੇ ਲੋਕ ਆਉਂਦੇ ਹੋਣਗੇ ਜਿਨ੍ਹਾਂ ਨੂੰ ਇਹ ਹਰ ਰੋਜ਼ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕਰਦੇ ਹੋਣਗੇ। ਤੁਸੀਂ ਤਾਂ ਚਲੋ ਪੜ੍ਹੇ ਲਿਖੇ ਹੋ, ਇਹੋ ਜਿਹੇ ਅਫਸਰ ਮੇਰੇ ਵਰਗੇ ਅਨਪੜ੍ਹਾਂ ਨੂੰ ਕੁਝ ਨਹੀਂ ਡਾਹ ਡਵਾਲ ਹੋਣੇ। ਮਾਂ ਦੇ ਮੂੰਹੋਂ
ਇੰਨੀ ਵੱਡੀ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਸੋਚ ਰਿਹਾ ਸਾਂ ਕਿ ਸ਼ਾਇਦ ਇਹ ਸਾਡੇ ਲੋਕਾਂ ਦੀ ਅਨਪੜ੍ਹਤਾ ਅਤੇ ਹੱਕਾਂ ਪ੍ਰਤੀ ਜਾਗਰੂਕਤਾ ਦੀ ਘਾਟ ਹੀ ਹੈ ਕਿ ਸਾਡੇ ਅਧਿਕਾਰੀ ਇੰਨੇ ਜ਼ਿਆਦਾ ਮੱਛਰੇ ਫਿਰਦੇ ਹਨ। ਫਰੀਦਕੋਟ ਬੈਠੇ ਦਾ ਦਿਮਾਗ ਵੀ ਘਰ ਵਿੱਚ ਹੀ ਘੁੰਮੀ ਜਾ ਰਿਹਾ ਸੀ। ਕਦੇ-ਕਦੇ ਮੈਂ ਸੋਚਣ ਲੱਗ ਪੈਂਦਾ ਕਿ ਮੇਰੇ ਪਰਿਵਾਰ 'ਤੇ ਕਿੰਨਾ ਮਾੜਾ ਵਕਤ ਆਇਆ ਹੋਇਆ ਹੈ ਕਿ ਮਾਂ ਦੀ ਜ਼ਹਿਮਤ ਅਤੇ ਥਾਂ ਵਾਲਾ ਕੰਜਰ ਕਲੇਸ਼ ਇੱਕਦਮ ਇਕੱਠੇ ਸਿਰ ਪੈ ਗਏ ਹਨ। ਬੇਸ਼ੱਕ ਮਾੜੇ ਦਿਨ ਚੱਲ ਰਹੇ ਸਨ, ਪਰ ਮਾਂ ਦਾ ਆਪਰੇਸ਼ਨ ਸਫਲ ਹੋ ਜਾਣ ਨਾਲ ਇੱਕ ਆਸ ਜਿਹੀ ਬੱਝ ਗਈ ਸੀ ਕਿ ਜਦ ਇੰਨੇ ਗੰਭੀਰ ਦਰਦ ਦਾ ਇਲਾਜ ਹੋ ਗਿਆ ਹੈ ਤਾਂ ਦੂਜੇ ਦਰਦ ਵੀ ਹੁਣ ਆਪਣੇ ਆਪ ਹੀ ਖਤਮ ਹੋ ਜਾਣਗੇ। ਹੁਣ ਤਾਂ ਹਾਲਾਤ ਇਹ ਬਣ ਚੁੱਕੀ ਸੀ ਕਿ ਸਵੇਰ ਵੇਲੇ ਉੱਠਣ ਵੇਲੇ ਹੀ ਸੋਚਦਾ ਸਾਂ ਕਿ ਜੇ ਅਖਬਾਰ ਬੂਹੇ ਵਿੱਚ ਪਏ ਹੋਏ ਤਾਂ ਜਿੱਤ ਪੱਕੀ ਹੈ, ਨਹੀਂ ਤਾਂ ਹਾਰ। ਮੇਰੇ ਇਸ ਮਾਨਸਿਕ ਵਹਿਮ ਕਾਰਨ ਜਿਸ ਕਿਸੇ ਦਿਨ ਅਖਬਾਰ ਸਾਹਮਣੇ ਪਏ ਹੁੰਦੇ ਤਾਂ ਦਿਲ ਨੂੰ ਧਰਵਾਸ ਜਿਹਾ ਹੁੰਦਾ ਸੀ ਕਿ ਲੜਾਈ ਵਿੱਚ ਮੇਰੀ ਹੀ ਜਿੱਤ ਹੋਵੇਗੀ। ਜਿਸ ਦਿਨ ਦਰਵਾਜ਼ਾ ਸੁੰਨਾ ਦਿਸਦਾ ਤਾਂ ਦਿਲ ਨੂੰ ਡੋਬੂ ਪੈਣ ਲੱਗ ਜਾਂਦੇ ਸਨ। ਭਾਵੇਂ ਕਿ ਮੈਂ ਸ਼ੁਰੂ ਤੋਂ ਹੀ ਤਰਕਸ਼ੀਲ ਵਿਚਾਰਾਂ ਦਾ ਧਾਰਨੀ ਰਿਹਾ ਹਾਂ, ਪਰ ਮੈਨੂੰ ਇਸ ਤਰ੍ਹਾਂ ਦੀਆਂ ਸੋਚਾਂ ਨੇ ਪਤਾ ਨਹੀਂ ਕਿਉਂ ਘੇਰ ਲਿਆ ਸੀ। ਇਹ ਗੱਲ ਮੇਰੀ ਸਮਝ ਤੋਂ ਬਾਹਰ ਦੀ ਹੈ। ਸ਼ਾਇਦ ਅਜਿਹੀਆਂ ਹਾਲਤਾਂ ਹੀ ਬੰਦੇ ਨੂੰ ਮਨੋਰੋਗੀ ਬਣਾ ਦਿੰਦੀਆਂ ਹਨ। ਮੈਂ ਹਮੇਸ਼ਾ ਹੀ ਇਹ ਸੋਚਦਾ ਰਹਿੰਦਾ ਸਾਂ ਕਿ ਇਹ ਪੁਲਿਸ ਵਾਲੇ ਮੈਨੂੰ ਤੰਗ ਪਰੇਸ਼ਾਨ ਕਰਕੇ ਤਬਾਹ ਕਰਨ 'ਤੇ ਤੁਲੇ ਹੋਏ ਹਨ। ਇਹਨਾਂ ਨਾਲ ਦੋਸਤੀ ਤਾਂ ਮਾੜੀ ਹੀ ਮਾੜੀ ਹੈ, ਪਰ ਦੁਸ਼ਮਣੀ ਤਾਂ ਉਸ ਤੋਂ ਵੀ ਕਈ ਗੁਣਾ ਮਾੜੀ ਹੁੰਦੀ ਹੈ। ਇਸ ਲਈ ਇਹਨਾਂ ਨੇ ਮੇਰਾ ਕੁਝ ਵੀ ਨਹੀਂ ਛੱਡਣਾ ਹੈ। ਕਿਸ਼ਤ 45ਵੀਂ। ਇਹ ਮਸਲਾ ਨਿੱਬੜ ਹੀ ਨਹੀਂ ਸੀ ਰਿਹਾ। ਮੈਂ ਵਾਰ-ਵਾਰ ਥਾਣਿਆਂ ਅਤੇ ਦਫ਼ਤਰਾਂ ਦੇ ਚੱਕਰ ਕੱਢ ਕੇ ਅੰਦਰੋਂ ਟੁੱਟ ਚੁੱਕਿਆ ਸਾਂ। ਹਰ ਵਾਰ ਕਈ ਬੰਦਿਆਂ ਨੂੰ ਫੋਨ ਕਰਕੇ ਨਾਲ ਆਉਣ ਦੀ ਮਿੰਨਤ ਕਰਨੀ ਮੈਨੂੰ ਬੜਾ ਹੀ ਔਖਾ ਲੱਗਣ ਲੱਗ ਪਿਆ ਸੀ। ਭਾਵੇਂ ਕਿ ਅਗਲੇ ਦੇ ਮਨ ਦਾ ਮੈਨੂੰ ਕੁਝ ਵੀ ਗਿਆਨ ਨਹੀਂ ਸੀ ਹੁੰਦਾ, ਪਰ ਮੈਨੂੰ ਲੱਗਣ ਲੱਗ ਪੈਂਦਾ ਕਿ ਮੇਰੀ ਵਜ੍ਹਾ ਨਾਲ ਕਈ ਬੰਦੇ ਖਰਾਬ ਹੋਈ ਜਾ ਰਹੇ ਨੇ। ਫਿਰ ਲੱਗਣ ਲੱਗਦਾ ਕਿ ਇਹ ਸਭ ਕੁਝ ਮੇਰੇ ਕਰਕੇ ਨਹੀਂ ਹੋ ਰਿਹਾ ਹੈ। ਇਸ ਦੇ ਅਸਲ ਕਸੂਰਵਾਰ ਤਾਂ ਪੁਲਿਸ ਵਿਭਾਗ ਦੇ ਸਭ ਅਧਿਕਾਰੀ ਤੇ ਕਰਮਚਾਰੀ ਹੀ ਹਨ। ਮੈਂ ਇੰਨਾ ਅੱਕ ਗਿਆ ਸਾਂ ਕਿ ਮੈਂ ਆਪਣੇ ਖੁਦਕੁਸ਼ੀ ਪੱਤਰ ਤੱਕ ਲਿਖ ਕੇ ਰੱਖ ਦਿੱਤੇ ਸਨ। ਹੁਣ ਮੇਰੇ ਮਨ ਨੂੰ ਵਹਿਮ ਸੀ ਕਿ ਮੈਂ ਮਰ ਜਾਵਾਂਗਾ ਜਾਂ ਫਿਰ ਗੁੰਡਿਆਂ ਹੱਥੋਂ ਮਰਵਾ ਦਿੱਤਾ ਜਾਵਾਂਗਾ, ਪਰ ਮੈਨੂੰ ਫਿਕਰ ਹੋਣ ਲੱਗ ਪੈਂਦਾ ਕਿ ਮੇਰੇ ਤੋਂ ਬਾਅਦ ਮੇਰੀ ਘਰਵਾਲੀ, ਬੱਚੀਆਂ ਤੇ ਮਾਪਿਆਂ ਦਾ ਕੀ ਬਣੇਗਾ। ਇਸ ਦਾ ਇੱਕੋ ਹੀ ਹੱਲ ਨਜ਼ਰੀ ਆ ਰਿਹਾ ਸੀ ਕਿ ਮੈਂ ਆਪਣੀਆਂ ਬੇਟੀਆਂ ਨੂੰ ਆਪਣੇ ਤੋਂ ਪਹਿਲਾਂ ਖਤਮ ਕਰ ਦੇਵਾਂ ਅਤੇ ਫਿਰ ਆਪਣਾ ਜੀਵਨ ਤਿਆਗ ਦੇਵਾਂ। ਮੈਂ ਆਪਣੇ ਖੁਦਕੁਸ਼ੀ ਨੋਟ ਲਿਖਣ ਵੇਲੇ ਆਪਣੀ ਪਤਨੀ ਨੂੰ ਦੂਸਰਾ ਵਿਆਹ ਕਰਵਾਉਣ ਦੀ ਸਲਾਹ ਦਿੰਦਾ ਸੀ। ਵੱਖ-ਵੱਖ ਜਥੇਬੰਦੀਆਂ ਅਤੇ ਸੰਘਰਸ਼ੀਲ ਬੰਦਿਆਂ ਨੂੰ ਅਪੀਲ ਕਰਦਾ ਸਾਂ ਕਿ ਮੇਰਾ ਤੇ ਮੇਰੀਆਂ ਬੱਚੀਆਂ ਦਾ ਅੰਤਮ ਸੰਸਕਾਰ ਓਨਾ ਚਿਰ ਨਾ ਹੋਣ ਦਿੱਤਾ ਜਾਵੇ ਜਿੰਨਾ ਚਿਰ ਸਬੰਧਤ SP, DSP, ਇੰਸਪੈਕਟਰ, ਸਬੰਧਤ ਦੋਵੇਂ ਪੁਲਿਸ ਵਾਲੇ ਅਤੇ ਨਜਾਇਜ਼ ਕਬਜ਼ਾ ਕਰੀ ਬੈਠੇ ਬੰਦਿਆਂ 'ਤੇ ਕੇਸ ਦਰਜ ਨਹੀਂ ਹੋ ਜਾਂਦਾ। ਮੈਂ ਆਪਣੇ ਇਸ ਝਗੜੇ ਵਾਲੇ ਮਕਾਨ ਦੀ ਵਸੀਅਤ ਵੀ ਉਹਨਾਂ ਸਭ ਜਥੇਬੰਦੀਆਂ ਦੇ ਦਫ਼ਤਰ ਬਣਾਉਣ ਲਈ ਲਿਖ ਦਿੱਤੀ ਸੀ ਜਿਨ੍ਹਾਂ ਨੇ ਔਖੇ ਵੇਲੇ ਸਾਡੀ ਬਾਂਹ ਫੜੀ ਸੀ। ਬਸ ਇੱਕ ਸ਼ਰਤ ਇਹ ਰੱਖੀ ਸੀ ਕਿ ਇਸ ਜਗ੍ਹਾ ਉੱਤੇ ਬਣਨ ਵਾਲੇ ਬਾਥਰੂਮਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਵੇ ਕਿ ਉਹ ਇਹਨਾਂ ਮੁਜਰਮਾਂ ਦੇ ਮੂੰਹ ਜਾਪਣ ਤੇ ਹਰ ਪਿਸ਼ਾਬ ਜਾਂ ਮਲ ਤਿਆਗ ਕਰਨ ਵਾਲਾ ਬੰਦਾ ਇਹਨਾਂ ਦੇ ਮੂੰਹ ਵਿੱਚ ਹੀ ਇਹ ਸਭ ਕੁਝ ਕਰੇ। ਮੈਂ ਇਸ ਸਭ ਕਾਸੇ ਬਾਰੇ ਆਪਣੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਭਾਫ ਤੱਕ ਨਹੀਂ ਸੀ ਲੱਗਣ ਦਿੱਤੀ। ਸਿਰਫ
ਮੇਰੇ ਇੱਕ ਪੱਕੇ ਆੜੀ ਨਵਜੀਤ ਨੂੰ ਆਖ ਰੱਖਿਆ ਸੀ ਕਿ ਜੇਕਰ ਮੇਰੇ 'ਤੇ ਕੋਈ ਆਂਚ ਆ ਗਈ ਤਾਂ ਉਹ ਅਲਮਾਰੀ ਵਿੱਚ ਪਈ ਮੇਰੀ ਡਾਇਰੀ ਨੂੰ ਸੰਘਰਸ਼ੀਲ ਲੋਕਾਂ ਦੇ ਸਾਹਮਣੇ ਪੇਸ਼ ਜ਼ਰੂਰ ਕਰ ਦੇਵੇ। ਭਾਵੇਂ ਕਿ ਮੈਂ ਉਸ ਨੂੰ ਇਹ ਲਿਖਤਾਂ ਪੜ੍ਹਾਈਆਂ ਨਹੀਂ ਸਨ, ਪਰ ਮੇਰੀ ਇਹ ਗੱਲ ਸੁਣ ਕੇ ਉਹ ਬੜਾ ਪਰੇਸ਼ਾਨ ਹੋ ਗਿਆ ਸੀ। ਉਹ ਮੈਨੂੰ ਵਾਰ-ਵਾਰ ਹੌਸਲਾ ਦਿੰਦਾ ਰਹਿੰਦਾ ਸੀ। ਮੈਂ ਮਹਿਸੂਸ ਕੀਤਾ ਕਿ ਉਹ ਉੱਚ ਅਧਿਕਾਰੀ ਵਜੋਂ ਆਪਣੀ ਵੱਡੀ ਜ਼ਿੰਮੇਵਾਰੀ ਅਤੇ ਰੁਝੇਵਿਆਂ ਭਰੀ ਨੌਕਰੀ ਹੋਣ ਦੇ ਬਾਵਜੂਦ ਮੇਰੇ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨ ਲੱਗ ਪਿਆ ਸੀ। ਮੈਨੂੰ ਉਸ ਦੀ ਸੰਗਤ ਵੇਲੇ ਤਾਂ ਪੂਰਾ ਹੌਸਲਾ ਰਹਿੰਦਾ ਸੀ, ਪਰ ਬਾਅਦ ਵਿੱਚ ਮੈਂ ਫਿਰ ਨਕਾਰਾਤਮਕ ਸੋਚਾਂ ਵਿੱਚ ਬੁਰੀ ਤਰ੍ਹਾਂ ਘਿਰ ਜਾਂਦਾ ਸਾਂ। ਕਿਸ਼ਤ 46ਵੀਂ। ਮੈਂ ਆਤਮ ਹੱਤਿਆ ਕਰਨ ਵਾਲਾ ਆਪਣਾ ਇਹ ਫੈਸਲਾ ਇਸ ਕਰਕੇ ਵੀ ਅੱਗੇ ਪਾਈ ਜਾ ਰਿਹਾ ਸਾਂ ਕਿ ਮੇਰੀ ਮਾਂ ਦੇ ਜਬਾੜੇ ਦਾ ਆਪਰੇਸ਼ਨ ਹੋਣ ਕਰਕੇ ਉਸ ਤੋਂ ਮੇਰੀ ਲਾਸ਼ 'ਤੇ ਵੈਣ ਪਾ ਕੇ ਰੋਇਆ ਵੀ ਨਹੀਂ ਜਾਣਾ। ਆਪਰੇਸ਼ਨ ਹੋਣ ਕਾਰਨ ਸੁੱਜਿਆ ਹੋਇਆ ਉਸ ਦਾ ਚਿਹਰਾ ਅਤੇ ਪਿਛਲੇ ਕਈ ਦਿਨਾਂ ਤੋਂ ਅੰਨ ਦਾ ਇੱਕ ਵੀ ਦਾਣਾ ਅੰਦਰ ਨਾ ਲੰਘਾ ਸਕਣ ਕਾਰਨ ਮਾਂ ਬਹੁਤ ਕਮਜ਼ੋਰ ਹੋਈ ਪਈ ਸੀ। ਉਸ ਦੀ ਅਜਿਹੀ ਸਰੀਰਕ ਹਾਲਤ ਵਿੱਚ ਮੈਂ ਉਸ ਨੂੰ ਇਕੱਲਿਆਂ ਰੋਣ ਪਿੱਟਣ ਅਤੇ 3 ਜੀਆਂ ਦੀ ਮੌਤ ਦਾ ਸਦਮਾ ਦੇਣ ਲਈ ਤਿਆਰ ਨਹੀਂ ਸਾਂ। ਇਹ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਸੀ ਕਿ ਉਹ ਇਸ ਟੁੱਟਣ ਵਾਲੇ ਕਹਿਰ 'ਤੇ ਰੋਵੇ ਨਾ, ਕਿਉਂਕਿ 1.5 ਸਾਲ ਪਹਿਲਾਂ ਮੈਂ ਆਪਣੇ ਕੁਝ ਕੁ ਦਿਨਾਂ ਦੇ ਪੁੱਤਰ ਦਾ ਵਿਛੋੜਾ ਝੱਲ ਕੇ ਅਰਧ ਪਾਗਲਾਂ ਵਾਲੀ ਹਾਲਤ ਵਿੱਚ ਪੁੱਜ ਗਿਆ ਸਾਂ, ਤਾਂ 3 ਜੀਆਂ ਦੇ ਤੁਰ ਜਾਣ ਕਾਰਨ ਮੈਨੂੰ ਉਸ ਦੀ ਭਵਿੱਖ ਵਿੱਚ ਹੋਣ ਵਾਲੀ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਸੀ। ਮੈਨੂੰ ਇੱਕ ਹੋਰ ਫਿਕਰ ਵੀ ਸਤਾ ਰਿਹਾ ਸੀ ਕਿ ਸਾਰੇ ਪਰਿਵਾਰਕ ਜੀਅ ਤਾਂ ਦਿਨ ਭਰ ਬਾਹਰ ਆਪਣੇ ਕੰਮੀ ਧੰਦੀ ਰੁੱਝੇ ਰਹਿੰਦੇ ਹਨ, ਇਸ ਲਈ ਇਹ ਪੁਲਿਸ ਵਾਲੇ ਮੇਰੇ ਤੋਂ ਬਦਲਾ ਲੈਣ ਜਾਂ ਦਬਾਅ ਪਾਉਣ ਲਈ ਕਿਸੇ ਵੀ ਮੈਂਬਰ ਨਾਲ ਕੁਝ ਵੀ ਕਰਵਾ ਸਕਦੇ ਹਨ। ਇਸ ਦੇ ਹੱਲ ਲਈ ਮੈਂ ਜਦ ਵੀ ਕਿਸੇ ਪੁਲਿਸ ਅਧਿਕਾਰੀ ਨੂੰ ਕੋਈ ਸ਼ਿਕਾਇਤ ਲਿਖਦਾ ਤਾਂ ਅੰਤ ਵਿੱਚ ਇਹ ਸਤਰ ਜ਼ਰੂਰ ਪਾਉਣ ਲੱਗ ਪਿਆ ਸਾਂ। ਮੈਨੂੰ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਮੁਕੰਮਲ ਖਤਰਾ ਬਣਿਆ ਹੋਇਆ ਹੈ ਅਤੇ ਕੁਝ ਪੁਲਿਸ ਮੁਲਾਜ਼ਮਾਂ ਦੀ ਇਸ ਕੇਸ ਵਿੱਚ ਸ਼ਮੂਲੀਅਤ ਹੋਣ ਕਾਰਨ ਗੁੰਡਾ ਅਨਸਰ ਇੰਨਾ ਜ਼ਿਆਦਾ ਹੌਸਲੇ ਵਿੱਚ ਹਨ ਕਿ ਉਹ ਮੈਨੂੰ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸਭ ਦੀ ਜ਼ਿੰਮੇਵਾਰੀ ਕੇਵਲ ਤੇ ਕੇਵਲ ਪੁਲਿਸ ਵਿਭਾਗ ਦੀ ਹੀ ਹੋਵੇਗੀ। ਵਾਰ-ਵਾਰ ਲਿਖੀ ਜਾਂਦੀ ਇਸ ਸਤਰ ਦਾ ਅਸਰ ਇਹ ਹੋਇਆ ਕਿ ਸਾਡੇ ਉਸ ਘਰ ਅੱਗੇ ਬਿਨਾਂ ਨੰਬਰ ਪਲੇਟ ਵਾਲੀਆਂ ਗੱਡੀਆਂ ਅਤੇ ਮੋਟਰਸਾਈਕਲ ਆਦਿ ਲੰਘਣੇ ਘਟੇ ਹੀ ਨਹੀਂ, ਸਗੋਂ ਬੰਦ ਹੋ ਗਏ ਸਨ। ਸਾਨੂੰ ਮਹਿਸੂਸ ਵੀ ਹੋਇਆ ਕਿ ਹੁਣ ਅਸੀਂ ਕੁਝ ਸੁਰੱਖਿਅਤ ਹੋ ਗਏ ਹਾਂ, ਤੇ ਜੇ ਸਾਡੇ ਕਿਸੇ ਵੀ ਮੈਂਬਰ 'ਤੇ ਕੋਈ ਹਮਲਾ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੁਲਿਸ ਵਿਭਾਗ ਦੀ ਬਣ ਜਾਵੇਗੀ। ਹੁਣ ਅਸੀਂ ਆਪਣੇ ਉਸ ਘਰ ਵਿੱਚ ਬੇਝਿਜਕ ਗੇੜਾ ਮਾਰਨ ਦੇ ਯੋਗ ਹੋ ਗਏ ਸਾਂ। ਨਹੀਂ ਤਾਂ ਝਗੜੇ ਤੋਂ ਬਾਅਦ ਜਦ ਵੀ ਸਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਉੱਧਰ ਗਿਆ ਸੀ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਭੱਜਦਿਆਂ ਨੂੰ ਤਾਂ ਵਾਹਣ ਇੱਕੋ ਜਿਹੇ ਹੁੰਦੇ ਆ। ਪੁਲਿਸ ਨਾਲ ਵੈਰ ਪਾ ਕੇ ਅੱਜ ਤੱਕ ਕੋਈ ਬਚਿਆ ਭਲਾ? ਜੇ ਉਹ ਇੱਥੇ ਆਉਂਦੇ ਆ ਤਾਂ ਲੱਤਾਂ ਭੰਨ ਦਿਓ ਇਹਨਾਂ ਦੀਆਂ, 4 ਮਾਰੋ ਤੇ ਭਜਾ ਦਿਓ। ਆਦਿ ਗੱਲਾਂ ਸਾਡੇ ਪਰਿਵਾਰ ਦੇ ਕਿਸੇ ਨਾ ਕਿਸੇ ਜੀਅ ਨੂੰ ਉਸ ਵੇਲੇ ਸੁਣਨ ਨੂੰ ਮਿਲੀਆਂ ਸਨ ਜਦ ਵੀ ਉਹ ਝਗੜੇ ਤੋਂ ਬਾਅਦ ਉਸ ਘਰ ਵਿੱਚ ਗਏ ਸਨ। ਸ਼ਾਇਦ ਇਹ ਗੱਲਾਂ ਉਹਨਾਂ ਦੀ ਆਮ ਗੱਲਬਾਤ ਦਾ ਹੀ ਹਿੱਸਾ ਹੋਣ, ਪਰ ਉਸ ਦਿਨ ਤੋਂ ਬਾਅਦ ਅੱਜ ਤੱਕ ਇਹ ਚਲਨ ਕਾਇਮ ਕਿਉਂ ਨਹੀਂ ਰਿਹਾ, ਮੇਰੇ 'ਤੇ ਇਹ ਸੋਚ ਵੀ ਸਦਾ ਭਾਰੂ ਰਹਿੰਦੀ ਸੀ। ਕਿਸ਼ਤ 47ਵੀਂ। ਇੱਕ ਦਿਨ ਮੈਂ ਨਗਰ ਨਿਗਮ ਦੇ ਦਫ਼ਤਰ ਗਿਆ ਤਾਂ ਕਿ ਆਪਣੀ ਪਾਈ ਹੋਈ ਸ਼ਿਕਾਇਤ ਬਾਰੇ ਕੁਝ ਪਤਾ ਕਰ ਸਕਾਂ। ਉੱਥੋਂ ਦੇ ਹਾਲਾਤ ਵੇਖ ਕੇ ਮੇਰੇ ਹੱਥਾਂ ਦੇ ਤੋਤੇ ਹੀ ਉੱਡ ਗਏ। ਸਾਰੇ ਜਣੇ ਹੀ ਈਓ ਦੀ ਬਦਲੀ ਦੀਆਂ ਗੱਲਾਂ ਕਰੀ ਜਾ ਰਹੇ ਸਨ। ਮੇਰੇ ਲਈ ਇਹ ਸਿਰ 'ਤੇ ਮੁਸੀਬਤ ਵਾਲਾ ਪਹਾੜ ਟੁੱਟਣ ਵਾਲੀ ਗੱਲ ਸੀ। ਭਰੇ ਜਿਹੇ ਮਨ ਨਾਲ ਮੈਂ ਈਓ ਦੇ ਦਫ਼ਤਰ ਵਿੱਚ ਵੜ ਗਿਆ। ਉਸ ਨੇ ਮੈਨੂੰ ਤੁਰੰਤ ਪਹਿਚਾਣ ਲਿਆ ਤੇ ਝੱਟ ਦੇਣੇ ਬੋਲਿਆ, ਕਾਕਾ, ਮੇਰੀ ਬਦਲੀ ਹੋ ਗਈ ਆ। ਮੈਂ ਇਸ ਨੂੰ ਰੁਕਵਾਉਣ ਦੇ ਚੱਕਰ 'ਚ ਹਾਂ।
ਜੇ ਰੁਕ ਗਈ ਤਾਂ ਸਮਝ ਲੈ ਉਹ ਮਕਾਨ ਤਾਂ ਢਹਿਆ ਹੀ ਪਿਆ, ਫਿਰ ਤੈਨੂੰ ਗੇੜਾ ਮਾਰਨ ਦੀ ਲੋੜ ਵੀ ਨਹੀਂ ਪੈਣੀ। ਮੈਂ ਉਸ ਨਾਲ ਉਸ ਦੀ ਰਾਜਨੀਤਿਕ ਆਧਾਰ ਕਾਰਨ ਹੋਈ ਇਸ ਬਦਲੀ ਬਾਬਤ ਇੱਕ ਦੋ ਹਮਦਰਦੀ ਦੀਆਂ ਗੱਲਾਂ ਕੀਤੀਆਂ, ਭਾਵੇਂ ਕਿ ਉਸ ਵਕਤ ਮੈਨੂੰ ਸਭ ਤੋਂ ਵੱਧ ਤੇ ਉਹ ਵੀ ਉਸ ਦੀ ਹਮਦਰਦੀ ਤੇ ਸਹਾਇਤਾ ਦੀ ਲੋੜ ਸੀ। ਇੰਨਾ ਨਿਰਾਸ਼ ਮੈਂ ਕਦੇ ਪੁਲਿਸ ਦੇ ਵੱਖ-ਵੱਖ ਦਫ਼ਤਰਾਂ ਤੇ ਥਾਣਿਆਂ 'ਚੋਂ ਕਈ ਚੱਕਰ ਲਾ ਕੇ ਵੀ ਨਹੀਂ ਹੋਇਆ ਸਾਂ, ਜਿੰਨਾ ਮੈਂ ਨਗਰ ਨਿਗਮ ਵਿੱਚੋਂ ਈਓ ਦੇ ਬਦਲ ਜਾਣ ਕਾਰਨ ਹੋ ਕੇ ਆਇਆ ਸਾਂ। ਇਸ ਸਾਰੇ ਗੰਦੇ ਢਾਂਚੇ ਵਿੱਚ ਉਹੀ ਤਾਂ ਇੱਕੋ ਇੱਕ ਚੰਗਾ ਬੰਦਾ ਸੀ ਜਿਸ ਨੇ ਮੇਰੀ ਸਾਰੀ ਅਸਲੀਅਤ ਅਤੇ ਪੁਲਿਸ ਵਾਲਿਆਂ ਦੀਆਂ ਚਲਾਕੀਆਂ ਨੂੰ ਧੁਰ ਅੰਦਰ ਤੋਂ ਸਮਝਿਆ ਤੇ ਮੈਨੂੰ ਅਗਾਹ ਕੀਤਾ ਸੀ। ਇਹੀ ਤਾਂ ਉਹ ਬੰਦਾ ਸੀ ਜਿਸ ਨੇ ਡਟ ਕੇ ਸੱਚ ਦੇ ਹੱਕ ਵਿੱਚ ਖੜਨ ਦੀ ਹਿੰਮਤ ਕੀਤੀ ਸੀ। ਮੇਰੇ ਇਸ ਹਮਦਰਦੀ ਦੀ ਬਦਲੀ ਹੋ ਜਾਣ ਕਾਰਨ ਮੈਨੂੰ ਇਹ ਇੱਕ ਵੱਡੀ ਹਾਰ ਵੀ ਲੱਗ ਰਹੀ ਸੀ। ਹੁਣ ਮੈਂ ਇੰਨਾ ਜ਼ਿਆਦਾ ਨਿਰਾਸ਼ ਹੋ ਗਿਆ ਸਾਂ ਕਿ ਮੈਨੂੰ ਇੱਥੋਂ ਤੱਕ ਵੀ ਯਾਦ ਨਹੀਂ ਸੀ ਰਹਿੰਦਾ ਕਿ ਅੱਜ ਲੰਘ ਰਿਹਾ ਵਾਰ ਕਿਹੜਾ ਦਿਨ ਹੈ। ਮੈਨੂੰ ਆਪਣੇ ਪਰਿਵਾਰਕ ਜੀਆਂ ਦੇ ਨਾਲ ਉਹਨਾਂ ਸਭ ਜਥੇਬੰਦੀਆਂ ਦਾ ਸਹਾਰਾ ਸੀ ਜਿਨ੍ਹਾਂ ਦੇ ਆਗੂਆਂ ਨੇ ਸਾਨੂੰ ਆਖ ਦਿੱਤਾ ਸੀ, ਤੁਸੀਂ ਫਿਕਰ ਨਾ ਕਰੋ, ਇਹ ਲੜਾਈ ਹੁਣ ਸਾਡੀ ਆ, ਜਿੱਤ ਵੀ ਸਾਡੀ ਤੇ ਹਾਰ ਵੀ ਸਾਡੀ। ਇਹਨਾਂ ਗੱਲਾਂ ਨਾਲ ਮੇਰਾ ਧਰਵਾਸ ਤਾਂ ਵੱਧ ਜਾਂਦਾ ਸੀ, ਪਰ ਮੈਨੂੰ ਆਪਣੇ ਕਮਜ਼ੋਰ ਪੈਂਦੇ ਜਾ ਰਹੇ ਕਦਮਾਂ ਕਰਕੇ ਇਹਨਾਂ ਸੰਘਰਸ਼ੀਲ ਸਾਥੀਆਂ ਦੇ ਨਾਲ ਵਿਖੜੇ ਹੋਏ ਪੈਂਡਿਆਂ ਉੱਤੇ ਤੁਰਨਾ ਔਖਾ ਲੱਗ ਰਿਹਾ ਸੀ। ਲਿਖਣ ਪੜ੍ਹਨ ਦਾ ਕੰਮ, ਜਿਹੜਾ ਕਿ ਮੇਰੇ ਜੀਵਨ ਦਾ ਇੱਕ ਅਹਿਮ ਹਿੱਸਾ ਰਿਹਾ ਸੀ, ਉਹ ਬਿਲਕੁਲ ਹੀ ਛੁੱਟ ਚੁੱਕਾ ਸੀ। ਘਰ ਵਿੱਚ 3-4 ਅਖਬਾਰ ਆਉਂਦੇ ਹਨ, ਉਹ ਵੀ ਬਿਨਾਂ ਪੜ੍ਹੇ ਹੀ ਰਹਿ ਜਾਂਦੇ ਸਨ। ਛੁੱਟੀਆਂ ਵਿੱਚ ਪੜ੍ਹਨ ਲਈ ਲਿਆਂਦੀਆਂ ਗਈਆਂ ਕਿਤਾਬਾਂ ਉੱਤੇ ਵੀ ਇੰਨੀ ਧੂੜ ਜੰਮ ਚੁੱਕੀ ਸੀ ਕਿ ਉਹਨਾਂ ਨੂੰ ਛੇੜਨ ਦਾ ਮਨ ਹੀ ਨਹੀਂ ਸੀ ਕਰ ਰਿਹਾ। ਟੀਵੀ ਤਾਂ ਦੂਰ ਦੀ ਗੱਲ, ਕਿਸੇ ਵੀ ਪਰਿਵਾਰਕ ਜੀ ਨੇ ਰੇਡੀਓ ਵੱਲ ਵੀ ਮੂੰਹ ਨਹੀਂ ਸੀ ਕੀਤਾ। ਕਿਸ਼ਤ 48ਵੀਂ। ਸ਼ੁਕਰ ਇਸ ਗੱਲ ਦਾ ਸੀ ਕਿ ਇਹ ਮਹੀਨਾ ਗਰਮੀ ਦਾ ਚੱਲ ਰਿਹਾ ਸੀ ਤੇ ਕੋਈ ਵਿਆਹ ਸ਼ਾਦੀ ਦਾ ਸਮਾਗਮ ਨਹੀਂ ਆਇਆ ਸੀ, ਪਰ ਜੇ ਇਹ ਮਹੀਨਾ ਸਰਦੀ ਦਾ ਹੁੰਦਾ ਤੇ ਕੋਈ ਨਾ ਕੋਈ ਸੱਦਾ ਪੱਤਰ ਆਇਆ ਹੀ ਰਹਿਣਾ ਸੀ ਅਤੇ ਸਾਡਾ ਜਲੂਸ ਨਿਕਲ ਜਾਣਾ ਸੀ। ਸਭ ਨੇ ਮੂੰਹ ਜੋੜ ਕੇ ਗੱਲਾਂ ਕਰਨੀਆਂ ਸਨ। ਹਰ ਕਿਸੇ ਨੇ ਉਸ ਖੁਸ਼ੀ ਦੇ ਮੌਕੇ ਸਾਡਾ ਉਦਾਸਿਆ ਜਿਹਾ ਮੂੰਹ ਬਣਾ ਕੇ ਰੱਖਣ ਦਾ ਕਾਰਨ ਪੁੱਛਣਾ ਸੀ ਤੇ ਬਾਅਦ ਵਿੱਚ ਮਜ਼ਾਕ ਵੀ ਉਡਾਉਣਾ ਸੀ। ਉਹਨਾਂ ਨੇ ਮਖੌਲ ਤਾਂ ਉਡਾਉਣਾ ਹੀ ਸੀ, ਕਿਉਂਕਿ ਇਸ ਔਖੇ ਵੇਲੇ ਵਿੱਚ ਅਸੀਂ ਆਪਣੇ ਇੱਕ ਸਭ ਤੋਂ ਤਕੜੇ ਰਿਸ਼ਤੇਦਾਰ ਦਾ ਸਹਾਰਾ ਤੱਕਿਆ ਸੀ ਕਿ ਉਹ ਸਾਡੀ ਮਦਦ ਕਰ ਦੇਵੇਗਾ। 2 ਵਾਰ ਉਸ ਕੋਲ ਗਏ ਤਾਂ ਉਸ ਨੇ ਆਪਣੇ ਵੱਲੋਂ ਪੂਰੀ ਵਾਹ ਲਾ ਦੇਣ ਦੀ ਹਾਮੀ ਭਰੀ ਸੀ। ਤੀਜੀ ਵਾਰ ਗਏ ਤਾਂ ਉਸ ਨੇ ਆਪਣੀ ਲੜਕੀ ਦੇ ਵਿਆਹ ਦੀ ਮੂਵੀ ਵਿਖਾ ਕੇ ਤੇ ਉੱਥੇ ਆਏ ਵੱਡੇ ਬੰਦਿਆਂ ਦੀ ਵਾਹ ਕਰਕੇ ਹੀ ਸਾਨੂੰ ਟਰਕਾ ਦਿੱਤਾ ਸੀ। ਅਸੀਂ ਦੋਵੇਂ ਭਰਾ ਵਿਆਹ ਦੀ ਮੂਵੀ ਤਾਂ ਵੇਖੀ ਜਾ ਰਹੇ ਸਾਂ, ਪਰ ਸਾਡੇ ਦਿਮਾਗ ਅੰਦਰ ਤਾਂ ਹੋਰ ਹੀ ਫਿਲਮ ਚੱਲ ਰਹੀ ਸੀ। ਸਾਡੇ ਮਨਾਂ ਵਿਚਲੀ ਚੱਲ ਰਹੀ ਇਸ ਫਿਲਮ ਬਾਰੇ ਉਸ ਨੂੰ ਵੀ ਪਤਾ ਸੀ, ਪਰ ਉਹ ਜਾਣ ਬੁੱਝ ਕੇ ਅਣਜਾਣ ਜਿਹਾ ਬਣਿਆ ਬੈਠਾ ਰਿਹਾ ਸੀ। ਇੱਕ ਦਿਨ ਫਿਰ ਜਦ ਅਸੀਂ ਉਸ ਕੋਲ ਮਦਦ ਦੀ ਉਮੀਦ ਰੱਖ ਕੇ ਗਏ ਤਾਂ ਉਸ ਨੇ ਅੱਗੋਂ ਇੱਕ ਹੋਰ ਹੀ ਸਵਾਲ ਪਾ ਦਿੱਤਾ ਸੀ, ਭਾਣਜਾ ਇੱਕ ਵੱਡਾ ਸੌਦਾ ਕਰ ਬੈਠਾ, ਮੈਨੂੰ 7 ਲੱਖ ਰੁਪਈਆ ਚਾਹੀਦਾ 2 ਮਹੀਨਿਆਂ ਲਈ, ਵਿਆਜ ਪੂਰਾ ਦੇਊਂਗਾ। ਮੈਂ ਆਪਣੀ ਮਜਬੂਰੀ ਦੱਸੀ, ਮਾਮਾ ਜੀ ਜੇ ਇੰਨੇ ਪੈਸੇ ਮੇਰੇ ਕੋਲ ਹੁੰਦੇ ਤਾਂ ਮੈਂ ਉਹ ਪਾਲਿਸੀ ਊਂ ਮਾਰ ਦੇਣੇ ਸੀ ਤੇ ਇਦੋਂ ਥੋੜ੍ਹੇ ਜਿਹੇ ਖਰਚ ਕੇ ਬਰੀ ਵੀ ਹੋ ਜਾਣਾ ਸੀ। ਪੈਸੇ ਹੁੰਦੇ ਤਾਂ ਇਹ ਸਮੱਸਿਆ ਹੀ ਨਹੀਂ ਸੀ ਆਉਣੀ। ਸਾਡੇ ਜੀਜੇ ਕੋਲ ਤਾਂ ਬੜੇ ਨੇ, ਅਜੇ ਪਿਛਲੇ ਸਾਲ ਤਾਂ ਰਿਟਾਇਰ ਹੋਇਆ, ਉਸ ਕੋਲੋਂ ਲੈ ਕੇ ਦੇ ਦਿਓ, 2 ਮਹੀਨੇ ਦੀ ਤਾਂ ਗੱਲ ਆ ਸਾਰੀ। ਉਹ ਭੁੱਖ ਵਿਖਾਉਂਦਾ ਹੋਇਆ ਬੋਲਿਆ ਸੀ। ਤੁਸੀਂ ਆਪ ਹੀ ਗੱਲ ਕਰ ਲਓ ਜੀਜਾ ਸਾਲਾ, ਸਾਨੂੰ ਕਾਹਨੂੰ ਵਿੱਚ ਲਿਆਉਂਦੇ ਹੋ ਮਾਮਾ ਜੀ। ਤੁਸੀਂ ਆਪਣੇ ਭਾਣਜਿਆਂ ਦੀ ਮਦਦ ਦੱਸੋ, ਕੀ ਕਰ ਸਕਦੇ ਹੋ। ਯਾਦਵਿੰਦਰ ਨੇ ਉਸ ਨੂੰ ਟੋਕਦਿਆਂ ਹੋਇਆ ਆਖਿਆ ਸੀ ਤੇ ਉਹ ਖਚਰੀ ਜੀ ਹਾਸੀ ਹੱਸਦਾ ਹੋਇਆ ਆਖਣ ਲੱਗਾ, ਇਹ ਗਰੀਬ ਬੰਦਾ ਕਿਸੇ ਦੀ ਕੀ ਮਦਦ ਕਰ ਸਕਦਾ ਜਦੋਂ ਉਹਦੇ ਭਾਣਜੇ ਹੀ ਨਾ ਆਪਣੇ ਹੋਏ।
ਜੀਜੇ ਨੇ ਸਾਡਾ ਕੀ ਹੋਣਾ ਜਿਹੜਾ ਸਾਡੀ ਭੈਣ ਵੀ ਲੈ ਕੇ ਮੁੱਕਰ ਗਿਆ। ਮਾਮਾ ਜੀ, ਉਹ ਜਗ੍ਹਾ ਸਾਡੇ ਖੂਨ ਪਸੀਨੇ ਦੇ ਨਾਲ ਕਮਾਈ ਹੋਈ ਆ, ਕੋਈ ਤੁਹਾਡੇ ਵਾਂਗੂ ਟੈਕਸ ਚੋਰੀ ਕਰਕੇ ਨਹੀਂ ਬਣਾਈ ਹੋਈ ਉਹ ਜਗ੍ਹਾ। ਅੱਜ ਔਖੇ ਵੇਲੇ ਸਾਡੇ ਕੰਮ ਆਉਣਾ ਨਾ ਆਓ, ਪਰ ਸਾਡੀ ਲਾਚਾਰੀ ਦਾ ਮਜ਼ਾਕ ਨਾ ਉਡਾਓ ਵੱਡਿਓ ਅਮੀਰੋ। ਜੇ ਉਹ ਜਗ੍ਹਾ ਸਾਡੇ ਹੱਕ ਹਲਾਲ ਦੀ ਕਮਾਈ ਦੀ ਹੋਈ ਤਾਂ ਮਿਲ ਜਾਵੇਗੀ, ਨਹੀਂ ਤਾਂ ਨਾ ਸਹੀ, ਪਰ ਸਾਨੂੰ ਤੁਹਾਡਾ ਪਤਾ ਲੱਗ ਗਿਆ ਮਾਮਾ ਜੀ। ਯਾਦਵਿੰਦਰ ਨੇ ਉਸ ਨੂੰ ਇੰਨੀ ਉੱਚੀ ਦੇਣੇ ਆਖਿਆ ਕਿ ਮਾਮੇ ਦੀ ਫੈਕਟਰੀ ਵਿੱਚ ਕੰਮ ਕਰ ਰਹੇ ਸਾਰੇ ਕਰਿੰਦੇ ਆਪਣਾ ਕੰਮ ਛੱਡ ਕੇ ਸਾਡੇ ਵੱਲ ਵੇਖਣ ਲੱਗ ਪਏ ਸਨ। ਕਿਸ਼ਤ 49। ਮੇਰੇ ਉਸ ਦੂਰ ਦੇ ਮਾਮੇ ਦੀ ਅਸਲੀਅਤ ਉਸ ਦਿਨ ਸਮਝ ਆ ਗਈ ਸੀ, ਜਿਹੜਾ ਕਿ ਆਪਣੀ ਪਹੁੰਚ ਦੀਆਂ ਬੜੀਆਂ ਹੀ ਪਾਡੀਆਂ ਮਾਰਦਾ ਹੁੰਦਾ ਸੀ ਤੇ ਸਾਡੇ ਵਕਤ ਪੈਣ 'ਤੇ ਸਾਡੀ ਮਦਦ ਕਰਨ ਦੀ ਥਾਂ ਉਲਟਾ ਸਾਡੇ ਕੋਲੋਂ ਹੀ ਆਰਥਿਕ ਮਦਦ ਮੰਗਣ ਲੱਗ ਪਿਆ ਸੀ। ਸਾਨੂੰ ਪੱਕੀ ਤਰ੍ਹਾਂ ਪਤਾ ਸੀ ਕਿ ਉਸਨੇ ਉਹ ਰਕਮ ਜਿਹੜੀ ਕਿ ਸਾਡੇ ਕੋਲ ਹੈ ਹੀ ਨਹੀਂ ਸੀ, ਮੋੜਨ ਵੇਲੇ ਆਖ ਦੇਣਾ ਸੀ ਕਿ ਤੁਹਾਡੇ ਇਸ ਕੰਮ ਵਿੱਚ ਇੰਨੇ ਰੁਪਈਏ ਲੱਗ ਗਏ ਹਨ ਤੇ ਬਾਕੀ ਆਹ ਫੜੋ। ਸ਼ਾਇਦ ਉਸ ਨੂੰ ਵੀ ਪਤਾ ਸੀ ਕਿ ਪੈਸੇ ਮੰਗਣ ਨਾਲ ਇਹ ਮੇਰੇ ਕੋਲ ਦੁਬਾਰਾ ਨਹੀਂ ਆਉਣਗੇ। ਅਸੀਂ ਵੀ ਉਸ ਦੀ ਸਾਰੀ ਗੱਲ ਸਮਝ ਚੁੱਕੇ ਸਾਂ ਤੇ ਇਸ ਰਿਸ਼ਤੇ ਨੂੰ ਪੱਕੀ ਤਰ੍ਹਾਂ ਤੋੜ ਦੇਣ ਅਤੇ ਭਵਿੱਖ ਵਿੱਚ ਉਸ ਦੀ ਸ਼ਕਲ ਤੱਕ ਵੀ ਨਾ ਵੇਖਣ ਦੀ ਸਹੁੰ ਖਾ ਕੇ ਮੁੜ ਆਏ ਸਾਂ। ਇੱਕ ਹੋਰ ਸਵਾਲ ਵੀ ਮਨ ਵਿੱਚ ਆ ਰਿਹਾ ਸੀ ਕਿ ਜਦ ਪੁਲਿਸ ਵਾਲੇ ਇੰਨੀਆਂ ਜਥੇਬੰਦੀਆਂ ਦੀ ਗੱਲ ਨਹੀਂ ਮੰਨ ਰਹੇ ਹਨ ਤਾਂ ਉਹਨਾਂ ਦੇ ਸਾਹਮਣੇ ਇਹ ਸਿਆਸੀ ਆਗੂਆਂ ਦਾ ਚਮਚਾ ਕਿਹਦਾ ਪਾਣੀਹਾਰ ਹੈ। ਖੈਰ, ਮੁਸੀਬਤ ਪਈ ਤੋਂ ਇਸ ਵੱਡੇ ਅਮੀਰ ਤੇ ਕਾਰੋਬਾਰੀ ਰਿਸ਼ਤੇਦਾਰ ਦੇ ਹੀਜ ਪਿਆਜ਼ ਦਾ ਪਤਾ ਲੱਗ ਗਿਆ ਸੀ, ਨਹੀਂ ਤਾਂ ਇਹਨੇ ਐਵੇਂ ਹੀ ਫੜਾਂ ਮਾਰੀ ਜਾਣੀਆਂ ਸਨ ਕਿ ਮੇਰੇ ਕੋਲ ਆ ਜਾਂਦੇ ਤਾਂ ਮੈਂ ਚੁਟਕੀ ਵਿੱਚ ਤੁਹਾਡਾ ਕੰਮ ਕਰਵਾ ਦੇਣਾ ਸੀ। ਉਸ ਦੇ ਘਰ ਤੋਂ ਬਾਹਰ ਆ ਕੇ ਯਾਦਵਿੰਦਰ ਮੈਨੂੰ ਸਮਝਾਉਣ ਲੱਗ ਪਿਆ, ਭਾਵੇਂ ਮੈਂ ਤੇਰੇ ਤੋਂ 4 ਸਾਲ ਹੀ ਵੱਡਾ ਹਾਂ, ਪਰ ਇਹੋ ਜਿਹੇ ਮਾਮਿਆਂ ਦੀ ਅਸਲੀਅਤ ਮੈਂ ਤੇਰੇ ਤੋਂ ਜ਼ਿਆਦੇ ਤੇ ਚੰਗੀ ਤਰ੍ਹਾਂ ਸਮਝਦਾ। ਆਪਾਂ ਐਵੇਂ ਗੇੜੇ ਮਾਰ ਕੇ ਬੇਵਕੂਫ ਨਾ ਬਣੀਏ ਤੇ ਕੋਈ ਹੋਰ ਹੱਲ ਸੋਚੀਏ। ਨਾਲੇ ਜਿਹੜਾ ਬੰਦਾ ਚੁਟਕੀ ਮਾਰ ਕੇ ਹੀ ਹਰ ਸਮੱਸਿਆ ਹੱਲ ਕਰਵਾਉਣ ਦਾ ਦਾਅਵਾ ਕਰਦਾ ਹੋਵੇ ਨਾ, ਉਹ ਜ਼ਿਆਦਾ ਪਾਏਦਾਰ ਬੰਦਾ ਨਹੀਂ ਹੁੰਦਾ, ਠੁੱਸ ਪਟਾਕਾ ਹੀ ਹੁੰਦਾ। ਇੱਕ ਰਿਸ਼ਤੇਦਾਰ ਦੇ ਨਾਲ ਨਾਲ ਮੇਰੇ 2 ਦੋਸਤ ਵੀ ਵਿੱਚੋਂ ਛੱਡ ਕੇ ਭੱਜ ਤੁਰੇ ਸਨ। ਇੱਕ ਤਾਂ ਸਾਡੇ ਸ਼ਹਿਰ ਵਿੱਚ ਆਉਣ ਤੋਂ ਬਾਅਦ ਮੇਰਾ ਨਵਾਂ ਬਣਿਆ ਸਾਥੀ ਸੀ ਤੇ ਦੂਜਾ ਸਾਡੇ ਵਾਂਗ ਹੀ ਪਿੰਡ ਛੱਡ ਕੇ ਸ਼ਹਿਰ ਵਸਿਆ ਇੱਕ ਸੇਵਾ ਮੁਕਤ ਫਾਰਮਾਸਿਸਟ ਸੀ। ਜਦ ਅਸੀਂ ਵਾਰ-ਵਾਰ ਇਸ ਮਸਲੇ ਦੇ ਹੱਲ ਲਈ ਵੱਖ-ਵੱਖ ਅਧਿਕਾਰੀਆਂ ਨੂੰ ਮਿਲਦੇ ਸਾਂ ਤਾਂ ਇਹ ਦੋਵੇਂ ਵੀ ਨਾਲ ਹੁੰਦੇ ਸਨ। ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਸੀ ਨਿਕਲ ਰਿਹਾ ਤਾਂ ਇਹਨਾਂ ਦੋਵਾਂ ਨੇ ਵਿੱਚ ਪੈ ਕੇ ਦੂਜੀ ਧਿਰ ਨਾਲ ਸਮਝੌਤੇ ਦੀ ਗੱਲ ਚਲਾਈ ਸੀ। ਅਸੀਂ ਤਾਂ ਕੀ, ਸਾਰੇ ਹੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਰਾਜੀਨਾਮਾ ਜਾਂ ਸਮਝੌਤਾ ਕੋਈ ਬੁਰੀ ਗੱਲ ਨਹੀਂ ਸੀ ਤੇ ਨਾ ਹੀ ਹੁੰਦੀ ਹੈ। ਇਹਨਾਂ ਦੋਵਾਂ ਨੇ ਮਲਕੀਤ ਤੇ ਜਪਨਾਮ ਨਾਲ ਗੱਲ ਤੋਰ ਲਈ ਸੀ। ਉਹ ਥਾਂ ਦਾ ਅੱਧ ਕਰਨ ਲਈ ਆਖ ਰਹੇ ਸਨ। ਇਸ ਸਮਝੌਤੇ ਮੁਤਾਬਕ ਅਸੀਂ ਅੱਧੀ ਜਗ੍ਹਾ ਵਲ ਲੈਣੀ ਸੀ ਤੇ ਅੱਧੀ ਗਲੀ ਵਿੱਚ ਛੱਡ ਦੇਣੀ ਸੀ। ਕਿਸ਼ਤ 50ਵੀਂ। ਕੁਝ ਦਿਨ ਬਾਅਦ ਹੋਈ ਇੱਕ ਬੈਠਕ ਵਿੱਚ ਉਹਨਾਂ ਦੇ ਇਸ ਸੁਝਾਅ 'ਤੇ ਗੌਰ ਵੀ ਕੀਤਾ ਗਿਆ। ਸਭ ਦੀ ਰਾਏ ਸੀ ਕਿ ਇਸ ਤੋਂ ਵਧੀਆ ਸਮਝੌਤਾ ਤਾਂ DSP ਹੀ ਕਰਵਾਉਂਦਾ ਸੀ, ਜਿਹੜਾ ਛੱਡ ਦਿੱਤੇ ਜਾਣ ਵਾਲੇ ਅੱਧ ਦੇ ਪੈਸੇ ਦਿਵਾਉਣ ਲਈ ਤਾਂ ਆਖ ਰਿਹਾ ਸੀ। ਇਹ ਕਿਹੋ ਜਿਹਾ ਸਮਝੌਤਾ ਹੋਇਆ ਕਿ ਸਾਡੀ ਧਿਰ ਸੱਚੀ ਹੁੰਦੀ ਹੋਈ ਵੀ ਆਪਣਾ ਬਣਦਾ ਹੱਕ ਛੱਡ ਦੇਵੇ। ਇਸ ਲਈ ਇਸ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਗਿਆ ਸੀ। ਉਹ ਫਿਰ ਮੈਨੂੰ ਸਮਝਾਉਣ ਲੱਗ ਪਿਆ ਸੀ, ਕਾਕਾ ਸਿਆਣਾ ਬਣ, ਸਿਆਣੇ ਆਖਦੇ ਨੇ ਸਾਰਾ ਜਾਂਦਾ ਵੇਖ ਕੇ ਅੱਧਾ ਦਈਏ ਵੰਡ। ਹੁਣ ਤਾਂ ਤੈਨੂੰ ਅੱਧ ਮਿਲਦਾ, ਜੇ ਪੁਲਿਸ ਵਾਲੇ ਅੜ ਗਏ ਤਾਂ ਤੇਰਾ ਬਣਿਆ ਹੋਇਆ ਵੀ ਢਵਾ ਕੇ ਛੱਡਣਗੇ। ਸਿਆਣਾ ਬਣ, ਜਿੱਦ ਨਾ ਕਰ। ਅੰਕਲ ਜੀ,
ਇਹ ਘਰ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਖਰੀਦਿਆ ਹੋਇਆ। ਇਹ ਤਾਂ ਫਿਰ ਚੋਰੀ ਦੇ ਕੱਪੜੇ ਤੇ ਡਾਂਗਾਂ ਦੇ ਗਜ਼ ਵਾਲੀ ਗੱਲ ਹੋ ਗਈ। ਇਹ ਕੋਈ ਸ਼ਾਮਲਾਟ ਥੋੜ੍ਹੀ ਆ ਜਿਹੜੀ ਮੈਂ ਧੱਕੇ ਨਾਲ ਵਲ ਲੱਗਾ ਤੇ ਮੈਂ ਛੱਡ ਦੇਵਾਂ। ਮੈਂ ਕਿਉਂ ਛੱਡਾਂ? ਇਹ ਥਾਂ ਨੋਟਾਂ ਦੀ ਢੇਰੀ ਦੇ ਕੇ ਖਰੀਦੀ ਆ। ਮੇਰਾ ਵਾਲ-ਵਾਲ ਕਰਜ਼ਾਈ ਹੋਇਆ ਪਿਆ। ਮੈਂ ਉਸ ਦੀ ਪੇਸ਼ਕਸ਼ ਪੂਰੀ ਤਰ੍ਹਾਂ ਨਕਾਰ ਦਿੱਤੀ ਸੀ। ਆਪਣੀ ਗੱਲ ਨਾ ਮੰਨੀ ਜਾਂਦੀ ਵੇਖ ਕੇ ਇੱਕ ਤਾਂ ਜ਼ਿਆਦਾ ਹੀ ਗਰਮੀ ਵਿੱਚ ਆ ਗਿਆ ਸੀ ਤੇ ਅਵਾ-ਤਵਾ ਬੋਲਣ ਲੱਗ ਪਿਆ ਸੀ। ਉਸ ਨੇ ਆਪਣੇ ਮਨ ਦੀ ਭੜਾਸ ਖੂਬ ਕੱਢੀ। ਸਭ ਨੂੰ ਪਤਾ ਸੀ ਕਿ ਉਸ ਦੇ ਮਨ ਦੀ ਕੀ ਹਾਲਤ ਹੈ। ਇਸ ਲਈ ਉਸ ਨੂੰ ਕਿਸੇ ਨੇ ਵੀ ਟੋਕਿਆ ਜਾਂ ਰੋਕਿਆ ਨਹੀਂ ਸੀ। ਜਦ ਉਸ ਨੇ ਵੇਖ ਲਿਆ ਕਿ ਸਾਰੇ ਜਣੇ ਉਸ ਦਾ ਸੁਝਾਅ ਮੰਨਣ ਲਈ ਤਿਆਰ ਨਹੀਂ ਹਨ ਤਾਂ ਉਹ ਗੁੱਸੇ ਵਿੱਚ ਦੂਜੇ ਸਾਥੀ ਨੂੰ ਆਪਣੇ ਨਾਲ ਲੈ ਕੇ ਵਿੱਚੋਂ ਹੀ ਚਲਾ ਗਿਆ ਸੀ। ਉਸ ਦੀ ਭਾਸ਼ਾ ਹੀ ਅਜਿਹੀ ਸੀ ਕਿ ਉਹ ਸਾਡੇ ਤੋਂ ਇੰਨਾ ਦੂਰ ਹੁੰਦਾ ਗਿਆ ਕਿ ਕਿਸੇ ਨੇ ਵੀ ਉਸ ਨੂੰ ਵਾਪਸ ਆਉਣ ਦਾ ਸੱਦਾ ਜਾਂ ਮਨਾਉਣ ਦਾ ਯਤਨ ਨਹੀਂ ਸੀ ਕੀਤਾ। ਸਭ ਇਹ ਹੀ ਚਾਹੁੰਦੇ ਸਨ ਕਿ ਇਸ ਸਰਕਾਰੀ ਹਮਾਇਤ ਪ੍ਰਾਪਤ ਧੱਕੇਸ਼ਾਹੀ ਵਿਰੁੱਧ ਡਟ ਕੇ ਲੜਿਆ ਜਾਵੇ, ਪਰ ਉਹ ਆਪਣੀਆਂ ਬੇਥਵੀਆਂ ਮਾਰਦਾ ਰਿਹਾ। ਇਸ ਤੋਂ ਬਾਅਦ ਉਹਨਾਂ ਦੋਵਾਂ ਨੇ ਇਸ ਮਾਮਲੇ ਨਾਲ ਕੋਈ ਵੀ ਲਾਗਾ ਦੇਗਾ ਨਾ ਰੱਖਿਆ।